ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਜੋ ਸਮੇਂ ਅਨੁਸਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤਾਂ ਦੇ ਉਧਾਰ ਕਰਨ ਵਾਸਤੇ, ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਵੱਖ-ਵੱਖ ਜਗ੍ਹਾ 'ਤੇ ਜਾਂਦੇ ਰਹੇ, ਜਿਨ੍ਹਾਂ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਤਾ ਜੀ ਨੂੰ ਪਟਨਾ ਸਾਹਿਬ ਛੱਡ ਕੇ ਅਸਾਮ ਨੂੰ ਗਏ ਸਨ। ਇਹਨਾਂ ਦੇ ਨਾਲ ਸੀ ਰਾਜਾ ਜੈ ਸਿੰਘ ਤੇ ਨਾਲ ਦੀ ਨਾਲ ਗੁਰਮਤਿ ਦਾ ਪਾਤਸ਼ਾਹ ਉਪਦੇਸ਼ ਕਰਦੇ ਰਹੇ। ਉਸ ਪਾਸੇ ਇੱਕ ਰਾਜਾ ਰਾਮ ਸਿੰਘ ਸੀ, ਜਿਨ੍ਹਾਂ ਸਤਿਗੁਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਪਾਤਸ਼ਾਹ, ਰਾਜ ਭਾਗ ਬਹੁਤ ਵੱਡਾ, ਆਪ ਕਿਰਪਾ ਕਰੋ, ਮੈਨੂੰ ਪੁੱਤਰ ਦੀ ਦਾਤ ਬਖਸ਼ ਕਰੋ। ਸਤਿਗੁਰ ਜੀ ਖੁਸ਼ ਹੋਏ ਤੇ ਕਹਿਣ ਲੱਗੇ, ਰਾਜਾ ਰਤਨ ਰਾਏ, ਰਾਜਾ ਬਾਦਸ਼ਾਹ ਜੀ, ਤੁਹਾਡੇ ਘਰ ਪੁੱਤਰ ਦੀ ਦਾਤ ਪੈਦਾ ਹੋਵੇਗੀ ਤੇ ਨਾਲ ਦੀ ਨਾਲ ਇੱਕ ਨਿਸ਼ਾਨੀ ਹੋਵੇਗੀ। ਜੇ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਤੇ ਉਹ ਨਿਸ਼ਾਨੀ ਉਹਦੇ ਮੱਥੇ ਦੇ ਵਿੱਚ ਇੱਕ ਓਂਕਾਰ ਦਾ ਨਿਸ਼ਾਨ ਹੋਵੇਗਾ। ਸਤਿਗੁਰ ਜੀ ਬਚਨ ਕਰਕੇ ਵਾਪਸ ਅਨੰਦਪੁਰ ਸਾਹਿਬ ਨੂੰ ਆ ਗਏ। ਸਮਾਂ ਆਉਣ ਤੇ ਉਹਦੇ ਘਰ ਪੁੱਤਰ ਪੈਦਾ ਹੋਇਆ। ਰਾਜਾ ਆਪ ਵੀ ਚੜ੍ਹਾਈ ਕਰ ਗਿਆ, ਪਰ ਇੱਕ ਦਿਨ ਉਹ ਲੜਕਾ ਰਾਜਾ ਰਤਨ ਰਾਏ, ਜਿਹੜਾ ਬਾਅਦ ਵਿੱਚ ਰਾਜਾ ਬਣਿਆ, ਉਹਨੇ ਆਪਣੇ ਮੱਥੇ ਦੇ ਵਿੱਚ ਨਿਸ਼ਾਨ ਵੇਖਿਆ। ਮਾਂ ਤੋਂ ਪੁੱਛਿਆ, ਮਾਂ ਨੇ ਸਾਰੀ ਗੱਲ ਦੱਸੀ। ਕਹਿਣ ਲੱਗਾ, ਮਾਤਾ, ਮੈਂ ਉਸ ਸਤਿਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਜਿਹਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਮਾਤਾ ਨੇ ਕਿਹਾ, ਪੁੱਤਰ, ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਸੱਚਖੰਡ ਚਲੇ ਗਏ ਹਨ। ਉਹਨਾਂ ਦੀ ਗੱਦੀ 'ਤੇ ਬਿਰਾਜਮਾਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਰਾਏ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਹਨ। ਜੇ ਤੂੰ ਉਹਨਾਂ ਦੇ ਦਰਸ਼ਨ ਕਰਨ ਜਾਣਾ ਤੇ ਕੁਝ ਤਿਆਰੀ ਕਰ। ਕਹਿਣ ਲੱਗਾ, ਮਾਤਾ, ਕੀ ਕਰਾਂ? ਕਹਿੰਦੇ ਨੇ, ਮਾਤਾ ਨੇ ਕਿਹਾ ਵੀ ਜਪਜੀ ਸਾਹਿਬ ਦਾ ਪਾਠ ਹਰ ਰੋਜ਼ ਕਰਿਆ ਕਰ। ਉਹਦੇ ਨਾਲ ਨਾਲ ਤੂੰ ਰਾਜਾ ਕੁਝ ਚੀਜ਼ਾਂ ਤਿਆਰ ਕਰ ਜਿਹੜੀਆਂ ਗੁਰੂ ਨੂੰ ਭੇਟਾ ਕੀਤੀਆਂ ਜਾਣ। ਸਿਆਣੇ ਕਹਿੰਦੇ ਨੇ, ਵੈਦ ਤੇ ਸਤਿਗੁਰੂ ਦੇ ਪਾਸ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਰਾਜੇ ਰਤਨ ਰਾਏ ਨੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਸੁੰਦਰ ਹਾਥੀ ਖਰੀਦਿਆ, ਜਿਸ ਦਾ ਕੱਦ ਛੋਟਾ ਸੀ, ਰੰਗ ਕਾਲਾ ਸੀ, ਪਰ ਮੱਥੇ ਉੱਤੇ ਰੋਟੀ ਜਿੰਨਾ ਚਿੱਟਾ ਨਿਸ਼ਾਨ ਸੀ ਦਾ ਗੋਲ, ਤੇ ਉਹ ਨਿਸ਼ਾਨ ਦੀ ਇੱਕ ਧਾਰੀ ਸੁੰਡ ਦੇ ਸਿਰੇ ਤੱਕ ਜਾਂਦੀ ਸੀ ਤੇ ਦੂਸਰੀ ਧਾਰੀ ਪੂਛਲ ਦੇ ਸਿਰੇ ਤੱਕ ਜਾਂਦੀ ਸੀ। ਇਹ ਸਤਿਗੁਰੂ ਦੀ ਕੋਈ ਅਜੀਬ ਲੀਲਾ ਸੀ। ਐਸਾ ਜਾਨਵਰ ਕਦੀ ਨਹੀਂ ਵੇਖਿਆ। ਉਹਨੂੰ ਸਿਖਾਇਆ ਗਿਆ, ਉਹ ਮਨੁੱਖ ਦੇ ਚਰਨ ਧਵਾ ਸਕਦਾ ਸੀ ਮਸ਼ਕ ਦੇ ਨਾਲ, ਤੇ ਜਦੋਂ ਬਾਦਸ਼ਾਹ ਬਹਿੰਦਾ ਸੀ, ਜਦੋਂ ਉਹ ਸਤਿਗੁਰੂ ਨੂੰ ਭੇਟ ਕੀਤਾ ਗਿਆ ਤੇ ਜਦ ਸਤਿਗੁਰੂ ਜੀ ਗੱਦੀ 'ਤੇ ਬਿਰਾਜਮਾਨ ਹੁੰਦੇ ਸਨ ਤੇ ਉਹ ਹਾਥੀ ਸੁਣਨ ਦੇ ਵਿੱਚ ਚੌਰ ਲੈ ਕੇ ਸਤਿਗੁਰੂ ਉੱਪਰ ਚੌਰ ਕਰਿਆ ਕਰਦਾ ਸੀ। ਪਾਤਸ਼ਾਹ ਤੀਰ ਚਲਾਉਂਦੇ ਸੀ, ਉਹ ਤੀਰ ਚੁੱਕ ਕੇ ਲਿਆਉਂਦਾ ਸੀ। ਸਤਿਗੁਰੂ ਦੇ ਜੋੜੇ ਨੂੰ ਸਾਫ਼ ਕਰਕੇ ਪਾਤਸ਼ਾਹ ਦੇ ਚਰਨਾਂ ਕੋਲ ਰੱਖ ਦਿੰਦਾ ਸੀ। ਇੰਨੀ ਉਹਦੀ ਸਮਰੱਥਾ ਸੀ। ਉਸ ਦੇ ਨਾਲ ਇੱਕ 5 ਕਲਾ ਸ਼ਸਤਰ ਤਿਆਰ ਕਰਵਾਇਆ, ਜੋ ਗਾਤਰੇ ਪਾਇਆ ਕਿਰਪਾਨ ਬਣ ਜਾਂਦੀ ਸੀ, ਫਿਰ ਦਬਾਇਆ ਤਮਾਚਾ ਬਣ ਜਾਂਦਾ ਸੀ, ਫਿਰ ਦਬਾਇਆ ਤਿੱਖੀ ਕਟਾਰ ਬਣ ਜਾਂਦਾ ਸੀ, ਫਿਰ ਦਬਾਈਏ ਤੇ ਬਰਛੀ ਬਣ ਜਾਂਦਾ ਸੀ। ਇੱਕ ਗੁਰੂ ਜੀ ਦੇ ਬੈਠਣ ਵਾਸਤੇ ਚੰਦਨ ਦੀ ਚੌਂਕੀ ਬਣਾਈ। ਇੱਕ ਜਦੋਂ ਇਸ ਨੂੰ ਦੱਬਿਆ ਜਾਂਦਾ ਸੀ
ਇਹਦੇ ਵਿੱਚੋਂ 4 ਪੁਤਲੀਆਂ ਨਿਕਲ ਕੇ ਖੜੀਆਂ ਹੋ ਜਾਂਦੀਆਂ ਸਨ। ਉਹਨਾਂ ਅੱਗੇ ਚੌਪੜ ਵਿਛ ਜਾਂਦਾ ਸੀ। ਉਹ ਚੌਪੜ ਦੀ ਖੇਡ ਖੇਡਣ ਲੱਗ ਪੈਂਦੀਆਂ ਸੀ। ਇੱਕ ਜਾਮਾ ਭਾਵ ਕਟੋਰਾ ਬਹੁਤ ਮੁੱਲਾ ਖਰੀਦਿਆ, ਜਿਸ ਇੱਕ ਚਾਨਣੀ ਖਰੀਦੀ ਜਿਸ ਵਿੱਚ ਪ੍ਰਿਥਵੀ ਤੇ ਆਕਾਸ਼ ਦੇ ਨਕਸ਼ੇ ਰੰਗੇ ਰੰਗ ਦੇ ਦਿਸਦੇ ਸਨ, ਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਲੈ ਕੇ ਸਤਿਗੁਰੂ ਜੀ ਦੇ ਕੋਲ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ। ਇਹ ਸਾਰੀਆਂ ਚੀਜ਼ਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕੀਤੀਆਂ। ਜਦੋਂ ਪਾਤਸ਼ਾਹ ਦੇ ਦਰਸ਼ਨ ਕੀਤੇ, ਮਨ ਨੂੰ ਇੱਕ ਅਗੰਮੀ ਖੁਸ਼ੀ ਪ੍ਰਾਪਤ ਹੋਈ। ਉਸ ਬਾਦਸ਼ਾਹ ਨੇ ਹੱਥ ਜੋੜ ਕੇ ਆਖਿਆ, ਮਹਾਰਾਜ, ਮੇਰੇ ਪਿਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੌਲ ਦੇ ਕੇ ਆਏ ਸਨ। ਉਸ ਵਕਤ ਚਰਨ ਪੌਲ ਗੁਰੂ ਸਾਹਿਬ ਵੱਲੋਂ ਛਕਾਈ ਜਾਂਦੀ ਸੀ। ਹੁਣ ਕਿਰਪਾ ਕਰੋ ਉਹ ਚਰਨ ਪੌਲ ਮੈਨੂੰ ਬਖਸ਼ ਕਰਕੇ ਮੈਨੂੰ ਸਿੱਖੀ ਦੇ ਵਿੱਚ ਸ਼ਾਮਲ ਕਰੋ। ਸਤਿਗੁਰੂ ਜੀ ਦੀ ਰਹਿਮਤ ਦਾ ਉਸਨੇ ਆਨੰਦ ਮਾਣਿਆ। ਉਸ ਵਕਤ ਇੱਕ ਬਾਦਸ਼ਾਹ ਨੇ, ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੀ ਕਿ ਕੋਈ 2 ਪੱਗਾਂ ਸਿਰ 'ਤੇ ਨਹੀਂ ਬੰਨ੍ਹ ਸਕਦਾ, ਕਲਗੀ ਨਹੀਂ ਲਾ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਕੋਈ ਢੋਲਕੀ ਚਿਮਟੇ ਦੇ ਨਾਲ ਸਾਸੰਗ ਨਹੀਂ ਕਰ ਸਕਦਾ। ਉਸ ਵਕਤ ਪਾਤਸ਼ਾਹ ਨੇ ਆਪਣੇ ਸੀਸ ਦੇ ਉੱਪਰ ਕਲਗੀ ਸਜਾਈ। ਸ਼ਸਤਰ ਨਹੀਂ ਰੱਖ ਸਕਦਾ, ਪਾਤਸ਼ਾਹ ਨੇ ਸ਼ਸਤਰ ਰੱਖੇ। ਢਾਕ ਦੇ ਉੱਤੇ ਕਿਰਪਾਨ, ਮੋਢੇ 'ਤੇ ਤੀਰ ਰੱਖਿਆ। ਘੋੜਿਆਂ ਤੇ ਹਾਥੀਆਂ ਦੀਆਂ ਸਵਾਰੀਆਂ ਕੀਤੀਆਂ। ਕਿਸੇ ਨੇ ਆ ਕੇ ਆਖਿਆ, ਮਹਾਰਾਜ, ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਕੋਈ ਢੋਲਕੀ ਨਾਲ ਕੀਰਤਨ ਨਹੀਂ ਕਰ ਸਕਦਾ। ਪਾਤਸ਼ਾਹ ਕਹਿੰਦੇ, ਅਸੀਂ ਢੋਲਕੀ ਨਹੀਂ, ਨਗਾਰਾ ਮੜਾਂਗੇ। ਰਣਜੀਤ ਨਗਾਰਾ ਤਿਆਰ ਕੀਤਾ ਗਿਆ, ਜਿਹੜਾ ਜਦੋਂ ਵੱਜਿਆ ਪਹਾੜੀਆਂ ਦੇ ਦਿਲ ਕੰਬ ਗਏ। ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਵੀ ਇਹ ਕੌਣ ਆ ਜਿਹੜਾ ਸਾਡੇ ਰਾਜ ਦੀਆਂ ਨੀਹਾਂ ਨੂੰ ਹਿਲਾਉਣ ਤੱਕ ਪਹੁੰਚ ਗਿਆ। ਉਹਨੇ ਬੇਨਤੀ ਕੀਤੀ, ਮਹਾਰਾਜ, ਇਹ ਗੁਰੂ ਤੇਗ ਬਹਾਦਰ ਦਾ ਪੁੱਤਰ ਗੁਰੂ ਗੋਬਿੰਦ ਰਾਏ ਹੈ, ਜਿਹਨੇ ਤੁਹਾਡੇ ਬਾਬੇ ਨੂੰ, ਜਿਹਦੇ ਦਾਦੇ ਨੇ ਤੁਹਾਡੇ ਦਾਦੇ ਨੂੰ ਗਵਾਲੀਅਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੇ 52 ਰਾਜੇ ਰਿਹਾ ਕਰਵਾ ਕੇ ਲਿਆਂਦੇ ਸਨ, ਉਹਨਾਂ ਦੇ ਵਿੱਚ ਰਾਜੇ ਭੀਮ ਚੰਦ ਦਾ ਦਾਦਾ ਤਾਰਾ ਚੰਦ ਸੀ। ਰਾਜੇ ਭੀਮ ਚੰਦ ਨੇ ਕਿਹਾ, ਫਿਰ ਐਸੇ ਗੁਰੂ ਨੂੰ ਮਿਲਣਾ ਚਾਹੀਦਾ। ਤਿਆਰੀ ਕੀਤੀ ਗਈ। ਬਾਦਸ਼ਾਹ ਬੜੇ ਰੋਹਬ ਸ਼ੋਭ ਦੇ ਨਾਲ ਚੋਲਾ ਪਾਇਆ, ਉੱਤੇ ਮਾਲਾ ਪਾਈਆਂ, ਕਲਗੀ ਲਾਈ, ਕਿਉਂਕਿ ਉਸ ਵਕਤ ਬਾਦਸ਼ਾਹ ਕਲਗੀ ਲਾਉਂਦੇ ਸੀ। ਤਲਵਾਰ ਪਾਈ, ਸ਼ਸਤਰ ਬਸਤਰ ਪਹਿਨੇ। ਇੱਕ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਕਹਿਣ ਲੱਗਾ, ਜਿਸ ਵਕਤ ਮੈਂ ਗੁਰੂ ਗੋਬਿੰਦ ਰਾਏ ਦੇ ਸਾਹਮਣੇ ਜਾਵਾਂਗਾ, ਗੋਬਿੰਦ ਰਾਏ ਨਾ ਚਾਹੁੰਦਾ ਹੋਇਆ ਵੀ ਮੇਰੇ ਚਰਨਾਂ 'ਤੇ ਝੁਕਣ ਲਈ ਮਜਬੂਰ ਹੋ ਜਾਵੇਗਾ। ਹੰਕਾਰ ਦੀ ਪੰਡ ਲੈ ਕੇ ਇਹ ਬਾਦਸ਼ਾਹ ਪਹੁੰਚਿਆ। ਜਿਸ ਵਕਤ ਇਹ ਬਾਦਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਇਆ, ਕੀਤੇ ਹਜ਼ੂਰ ਦੇ ਦਰਸ਼ਨ, ਇੱਕ ਇਲਾਹੀ ਝਲਕ ਨੂੰ ਤੱਕਿਆ। ਇਹ ਨਾ ਚਾਹੁੰਦਾ ਹੋਇਆ ਵੀ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਡਿੱਗ ਪਿਆ। ਹਜ਼ੂਰ ਪਾਤਸ਼ਾਹ ਨੇ ਇਹਨੂੰ ਖੁਸ਼ੀਆਂ ਦਿੱਤੀਆਂ। ਕਹਿਣ ਲੱਗੇ, ਬਾਦਸ਼ਾਹ, ਤੂੰ ਨੀਵਾਂ ਹੋ ਕੇ ਆਇਆ, ਸੰਗਤ ਰੂਪ ਹੋ ਕੇ ਆਇਆ, ਪਾਤਸ਼ਾਹ ਤੇਰੇ ਤੇ ਭਲੀ ਕਰੇਗਾ। ਬਾਦਸ਼ਾਹ ਨੇ ਕਿਹਾ, ਮਹਾਰਾਜ, ਕੋਈ ਐਸੀ ਚੀਜ਼ ਵਿਖਾਓ ਜਿਹੜੀ ਮੈਂ ਅੱਜ ਤੱਕ ਨਾ ਵੇਖੀ ਹੋਵੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਹਾਥੀ ਮੰਗਾਇਆ। ਹਾਥੀ ਨੇ ਪਹਿਲੋਂ ਸਤਿਗੁਰ ਦੇ ਚਰਨ ਧਵਾਏ। ਫਿਰ ਪਾਤਸ਼ਾਹ ਨੇ ਤੀਰ ਚਲਾਇਆ, ਉਹ ਤੀਰ ਚੁੱਕ ਕੇ ਲੈ ਕੇ ਆਇਆ। ਪਾਤਸ਼ਾਹ ਸਿੰਘਾਸਨ 'ਤੇ ਬਿਰਾਜਮਾਨ ਸੀ। ਸਿੱਖ ਨੇ ਚੌਰ ਇਹਦੀ ਸੁੰਡ ਦੇ ਵਿੱਚ ਦੇ ਦਿੱਤਾ। ਇਹਨੇ ਕਲਗੀਧਰ ਪਾਤਸ਼ਾਹ ਦੇ ਸੀਸ 'ਤੇ ਚੌਰ ਕਰਨਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਹੈਰਾਨ ਹੋ ਗਿਆ।
ਸਤਿਗੁਰੂ ਜੀ ਨੇ ਉਹ ਪੰਜ ਕਲਾ ਸ਼ਸਤਰ ਵਿਖਾਇਆ। ਜਦੋਂ ਇਹਨੇ ਉਹ ਸ਼ਸਤਰ ਵੇਖਿਆ, ਚੰਦਨ ਦੀ ਚੌਂਕੀ ਵੇਖੀ, ਉਹ ਸ਼ਮਿਆਨਾ ਵੇਖਿਆ, ਏਡਾ ਵੱਡਾ ਬਾਦਸ਼ਾਹ ਤੇ ਏਡੇ ਏਡੇ ਵੱਡੇ ਬਾਦਸ਼ਾਹਾਂ ਨਾਲ ਮਿਲਾਪ, ਪਰ ਅੱਜ ਤੱਕ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਦਸ਼ਾਹ ਨੇ ਕੋਈ ਵੀ ਨਹੀਂ ਸੀ ਵੇਖੀ। ਬਾਦਸ਼ਾਹ ਦਾ ਮਨ ਬੇਈਮਾਨ ਹੋ ਗਿਆ। ਮਨ ਵਿੱਚ ਵਿਚਾਰ ਕੀਤੀ ਵੀ ਇਹਨਾਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਲਗੀਧਰ ਪਾਤਸ਼ਾਹ ਤੋਂ ਲੁੱਟ ਲੈਣਾ ਚਾਹੀਦਾ ਹੈ। ਇਹ ਮਨ ਦੇ ਵਿੱਚ ਨੀਤੀ ਬਣਾਈ। ਹੁਣ ਇੱਥੋਂ ਸ਼ੁਰੂ ਹੋਣੀ ਆ ਅਸਲ ਦੇ ਵਿੱਚ ਗੁਰੂ ਘਰ ਦੀ ਤੇ ਬਾਦਸ਼ਾਹਾਂ ਦੀ ਵਿਰੋਧਤਾ। ਪਾਤਸ਼ਾਹ ਨੇ ਕਿਸੇ ਉੱਪਰ ਚੜ੍ਹਾਈ ਨਹੀਂ ਕੀਤੀ, ਇਹ ਚੜ੍ਹ ਕੇ ਵੀ ਆਉਣਗੇ ਤੇ ਮੂੰਹ ਦੀ ਖਾ ਕੇ ਜਾਣਗੇ। ਜਦੋਂ ਇਹਨੇ ਆਪਣਾ ਵਜ਼ੀਰ ਭੇਜਿਆ, ਵਜ਼ੀਰ ਨੇ ਦੱਸ ਦਿੱਤਾ, ਮਹਾਰਾਜ ਅਸਲ ਦੇ ਵਿੱਚ ਬਾਦਸ਼ਾਹ ਦੀ ਨੀਤ ਇਹ ਆ ਰਾਜਾ ਭੀਮ ਚੰਦ ਦੀ, ਵੀ ਇਹ ਚੀਜ਼ਾਂ ਮੰਗ ਕੇ ਇੱਕ ਵਾਰ ਲੈ ਕੇ ਚਲੇ ਜਾਵਾਂਗੇ, ਬਾਅਦ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਸਾਡੇ ਕੋਲੋਂ ਲੈ ਜਾਣ ਦੀ। ਸਤਿਗੁਰ ਕਹਿੰਦੇ ਅਸੀਂ ਇਹ ਪਹਿਲਾਂ ਜਾਣਦੇ ਸੀ, ਜਾਓ ਉਹਨੂੰ ਕਹਿ ਦਿਓ ਇਹ ਚੀਜ਼ਾਂ ਗੁਰੂ ਘਰ ਦੀਆਂ ਨੇ, ਇਹ ਗੁਰੂ ਘਰ ਵਿੱਚ ਰਹਿਣਗੀਆਂ, ਇਹ ਸਿੱਖ ਵਰਤਣਗੇ, ਇਹ ਸੰਗਤ ਵਰਤੇਗੀ, ਪਰ ਕਿਸੇ ਬਾਦਸ਼ਾਹ ਦੀ ਜ਼ਗੀਰ ਨਹੀਂ ਜਿਹੜਾ ਉਹ ਸਾਡੇ ਤੋਂ ਮੰਗ ਕੇ ਚਾਹੇ ਖੋਹ ਕੇ ਲੈ ਜੇ, ਅਸੀਂ ਉਹਨੂੰ ਕੋਈ ਚੀਜ਼ ਨਹੀਂ ਦੇਣੀ। ਜਦੋਂ ਇਹ ਸੰਦੇਸ਼ਾ ਬਾਦਸ਼ਾਹ ਨੂੰ ਪਹੁੰਚਿਆ, ਰਾਜਾ ਭੀਮ ਚੰਦ ਲੋਹ ਲਾਖਾ ਹੋ ਗਿਆ। ਇਹਨੇ ਕੱਢੀ ਕਿਰਪਾਨ ਮਿਆਨ ਦੇ ਵਿੱਚੋਂ, ਕਹਿਣ ਲੱਗਾ ਸਭ ਤੋਂ ਪਹਿਲਾਂ ਇਸ ਸਾਧੂ ਨੂੰ ਸਬਕ ਸਿਖਾਇਆ ਜਾਵੇਗਾ, ਇਹਦੇ ਤੇ ਹਮਲਾ ਕਰਕੇ ਆਨੰਦਪੁਰ ਲੁੱਟ ਲਓ, ਇਹਨੂੰ ਭੱਜਣ ਲਈ ਮਜਬੂਰ ਕਰ ਦਿਓ। ਇਹਦੇ ਘਰ ਵਾਲੀ ਨੇ ਕਿਹਾ, ਮਹਾਰਾਜ ਆਪਣੇ ਪੁੱਤਰ ਦੀ ਸ਼ਾਦੀ ਹੈ, ਜਦੋਂ ਜੰਗ ਦੇ ਵਿੱਚ ਜਾਵੋਗੇ ਜ਼ਰੂਰੀ ਨਹੀਂ ਵੀ ਤੁਸੀਂ ਮਾਰਨ ਵਾਸਤੇ ਜਾਓ ਤੇ ਸਾਡਾ ਕੋਈ ਨਾ ਮਰੇ, ਸਾਡੇ ਵੀ ਮਰਨਗੇ, ਇਸ ਵਾਸਤੇ ਸ਼ਾਦੀ ਕਰ ਲਓ, ਉਹਦੇ ਤੋਂ ਬਾਅਦ ਦੇ ਵਿੱਚ ਜੰਗ ਕਰ ਲੈਣਾ। ਨੇਕ ਸਵਾਣੀ ਦੀ ਨੇਕ ਸਲਾਹ ਨੇ ਇਹਦੇ ਮਨ ਨੂੰ ਕੁਝ ਸਮੇਂ ਵਾਸਤੇ ਮੋੜ ਦਿੱਤਾ। ਉਧਰ ਰਾਜਾ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਕਿ ਸਤਿਗੁਰੂ ਕੁਝ ਸਮਾਂ ਸਾਡੇ ਕੋਲ ਆਓ। ਪਾਤਸ਼ਾਹ ਉੱਥੇ ਜਾ ਕੇ ਪੌਂਡਾ ਸਾਹਿਬ ਦਾ ਨਗਰ ਵਸਾਇਆ। ਇਸ ਤੋਂ ਅੱਗੇ ਕੀ ਹੋਇਆ, ਉਹ ਸਾਰੇ ਵਿਚਾਰ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਵਿਚਾਰ ਕਰਦਿਆਂ ਕੋਈ ਸਰੀਰਕ ਅਵਸਥਾ ਸਹੀ ਨਹੀਂ ਸੀ, ਇਸ ਵਾਸਤੇ ਵਿੱਚ ਰੁਕਾਵਟ ਪਈ ਹੈ, ਦਾਸ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।